This is a Red FM Vancouver podcast. Make sure you hit subscribe for more great content. For further info, log on to redfm.ca. ਕੱਲ੍ਹ ਦਾ ਦਿਨ ਬੜਾ ਬਿਜ਼ੀ ਦਿਨ ਰਿਹਾ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਜਸਟਿਨ ਟਰੂਡੋ ਅਤੇ ਉਹਨਾਂ ਦੀ ਜਿਹੜੀ ਚੀਫ ਆਫ ਸਟਾਫ ਹੈ ਕੇਟੀ ਟੈਲਫਰਡ, ਉਹਨਾਂ ਦੋਨਾਂ ਨੇ ਗਵਾਹੀਆਂ ਦਿੱਤੀਆਂ। ਇਸ ਗਵਾਹੀ ਦੇ ਨਾਲ ਕੋਈ ਫ਼ਰਕ ਪਿਆ ਜਾਂ ਨਹੀਂ ਪਿਆ, ਇਸ ਦੇ ਮੁਤਲਕ ਗੱਲਬਾਤ ਜਿਹੜੀ ਚੱਲ ਰਹੀ ਹੈ। ਤੁਸੀਂ ਮੇਰੇ ਖਿਆਲ ਤੁਹਾਡੇ 'ਚੋਂ ਕਾਫੀ ਲੋਕਾਂ ਨੇ ਸੁਣਿਆ ਹੋਣਾ ਕਿ ਕਿਸ ਤਰੀਕੇ ਨਾਲ ਕੰਜ਼ਰਵੇਟਿਵ ਪਾਰਟੀ ਵਾਲੇ, NDP ਵਾਲੇ ਉਹਨਾਂ ਨੂੰ ਸਵਾਲ ਪੁੱਛਦੇ ਰਹੇ। ਦਰਅਸਲ ਇਹ ਬਹੁਤ ਅਨਯੂਜੂਅਲ ਹੈ ਕਿ ਕੋਈ ਵੀ ਪ੍ਰਧਾਨ ਮੰਤਰੀ, ਕੈਨੇਡਾ ਦਾ ਪ੍ਰਧਾਨ ਮੰਤਰੀ, ਇਸ ਤਰ੍ਹਾਂ ਦੀ ਸਟੈਂਡਿੰਗ ਕਮੇਟੀ ਦੇ ਅੱਗੇ ਪੇਸ਼ ਹੋਵੇ। ਇਹ ਫਾਈਨੈਂਸਿੰਗ ਕਮੇਟੀ ਜਿਹੜੀ ਹੈ ਵੱਖ-ਵੱਖ ਪਾਰਟੀਆਂ ਦੇ MPs ਦੀ ਬਣਾਈ ਹੋਈ ਸੀ। ਤੁਹਾਡੇ 'ਚੋਂ ਬਹੁਤ ਸਾਰਿਆਂ ਨੂੰ ਯਾਦ ਹੋਣਾ ਕਿ 2005 ਦੇ ਵਿੱਚ ਲਗਾਤਾਰ 3 ਬ੍ਰੌਡਕਾਸਟ ਮੈਂ ਕੀਤੀਆਂ ਜਿਹੜੀਆਂ ਕਿ ਗੋਮਰੀ ਇਨਕੁਆਇਰੀ ਬਾਰੇ ਸਨ। ਉਦੋਂ ਗੋਮਰੀ ਇਨਕੁਆਇਰੀ ਸੀ ਜਿਹੜੀ, ਉਹ ਇਸੇ ਤਰੀਕੇ ਨਾਲ ਪਾਲ ਮਾਰਟਨ ਦੇ ਬਾਰੇ ਸੀ। ਪਾਲ ਮਾਰਟਨ ਇਸੇ ਤਰ੍ਹਾਂ ਪੇਸ਼ ਹੋਏ ਸਨ ਅਤੇ ਉਹਨਾਂ ਨੇ ਟੈਸਟੀਫਾਈ ਕੀਤਾ ਸੀ। ਜਸਟਿਸ ਜੌਨ ਗੋਮਰੀ ਸੀ ਉਸ ਵੇਲੇ, ਜਿਨ੍ਹਾਂ ਨੇ ਇਹ ਸਪੋਂਸਰਸ਼ਿਪ ਸਕੈਂਡਲ ਸੀ ਲਿਬਰਲ ਪਾਰਟੀ ਦੀ ਹੀ। ਉਦੋਂ ਲਿਬਰਲ ਪਾਰਟੀ ਦੀ ਪਾਲ ਮਾਰਟਨ ਦੀ ਸਰਕਾਰ ਸੀ ਜਦੋਂ ਗੋਮਰੀ ਇਨਕੁਆਇਰੀ ਹੋਈ। $100 ਮਿਲੀਅਨ ਦਾ ਘਪਲਾ ਸੀ ਉਹਦੇ 'ਚ ਫਾਲਸ ਐਡਵਰਟਾਈਜ਼ਮੈਂਟ ਦੇ ਸਕੈਂਡਲ, ਵੈਸੇ ਕਿਊਬਿਕ ਦੀਆਂ ਕੰਪਨੀਆਂ ਨੂੰ ਦੇ ਦੇਣੇ ਔਰ ਉਹਨਾਂ ਨੇ ਕੁਛ ਵੀ ਨਾ ਕਰਨਾ, ਪਰ ਉਹਨਾਂ ਨੂੰ ਚੈੱਕ ਮਿਲ ਜਾਂਦੀ ਸੀ। ਪਾਲ ਮਾਰਟਨ ਸਰਕਾਰ ਦੀ ਕਰਪਸ਼ਨ 'ਤੇ ਦੋਸ਼ ਲੱਗੇ ਔਰ 1996 ਤੋਂ ਲੈ ਕੇ 2004 ਤੱਕ ਕਿਊਬਿਕ ਦੇ ਵਿੱਚ ਗਵਰਨਮੈਂਟ ਐਡਵਰਟਾਈਜ਼ਿੰਗ 'ਤੇ ਲੱਖਾਂ ਡਾਲਰਾਂ ਦਾ ਘਪਲਾ। ਕਈ ਫਰਮਸ ਲਿਬਰਲ ਪਾਰਟੀ ਦੇ ਫੰਡਸ ਇਕੱਠੇ ਕਰਨ ਵਾਲੇ ਜਿਹੜੇ ਬੋਗੀਮੈਨ ਹੋਇਆ ਕਰਦੇ ਨੇ, ਉਹ ਆਪਣੇ ਪੇਰੋਲ 'ਤੇ ਰੱਖ ਲੈਂਦੇ ਸੀ। ਉਹਨਾਂ ਦੇ ਵਿੱਚੋਂ ਕੁਝ ਹਿੱਸਾ ਲਿਬਰਲ ਪਾਰਟੀ ਨੂੰ ਦਾਨ ਕਰ ਦੇਣਾ, ਪਰ ਆਡੀਟਰ ਜਨਰਲ ਸ਼ੀਲਾ ਫਰੇਜ਼ਰ ਨੇ ਉਹ ਲੱਭ ਲਿਆ ਸੀ। ਅਤੇ ਫਿਰ ਮੈਂ ਤੁਹਾਡੇ ਚੇਤੇ ਕਰਾਉਣਾ ਚਾਹੁੰਦਾ, ਬਹੁਤ ਸਾਰੇ ਲੋਕਾਂ ਦੀ ਸ਼ਾਇਦ ਭੁੱਲ ਗਿਆ ਹੋਵੇ ਕਿ ਸਰਕਾਰ ਦੀ ਹੇਰਾ ਫੇਰੀ ਸੀ ਜਿਹੜੀ, ਜਦੋਂ ਆਡੀਟਰ ਜਨਰਲ ਸ਼ੀਲਾ ਫਰੇਜ਼ਰ ਨੇ ਫੜ ਲਈ ਤਾਂ ਲੋਕਾਂ ਨੂੰ ਦੱਸਿਆ ਕਿ $100 ਮਿਲੀਅਨ ਦਾ ਘਪਲਾ ਹੋ ਚੁੱਕਾ ਹੈ। ਲੋਕ ਬੜੇ ਪਰੇਸ਼ਾਨ ਹੋਏ, ਲੋਕਾਂ ਦੇ ਵਿੱਚ ਬਹੁਤ ਗੁੱਸਾ ਆਇਆ, ਲੋਕਾਂ ਦਾ ਰੋਹ ਜਿਹੜਾ ਉਹ ਭੜਕਣ ਲੱਗਾ ਅਤੇ ਉਸ ਤੋਂ ਬਾਅਦ ਸਰਕਾਰ ਨੂੰ ਮਜਬੂਰ ਹੋ ਕੇ ਗੋਮਰੀ ਕਮਿਸ਼ਨ ਬਿਠਾਉਣਾ ਪਿਆ। ਪਹਿਲਾਂ ਆਨਾਕਾਨੀ ਵੀ ਹੋਈ। $100 ਮਿਲੀਅਨ ਵੱਖ-ਵੱਖ ਕਮਿਊਨੀਕੇਸ਼ਨ ਏਜੰਸੀਜ਼ ਨੂੰ, ਜਿਹੜੀਆਂ ਕਿ ਲਿਬਰਲ ਪਾਰਟੀ ਦੀਆਂ ਚਹੇਤੀਆਂ ਸੀ, ਜਿਸ ਤਰ੍ਹਾਂ ਵੀ ਚੈਰਿਟੀ ਦੇ ਬਾਰੇ ਕਿਹਾ ਜਾ ਰਿਹਾ ਹੈ, ਇਸੇ ਤਰ੍ਹਾਂ ਦੀਆਂ ਉਹ ਏਜੰਸੀਆਂ ਸਨ ਜਿਨ੍ਹਾਂ ਨੂੰ ਫੀਸ 'ਤੇ ਕਮਿਸ਼ਨ ਦਿੱਤਾ ਗਿਆ। ਏਜੰਸੀਜ਼ ਨੇ ਕੀਤਾ ਕੁਛ ਨਹੀਂ ਸੀ। ਗੋਮਰੀ ਕਮਿਸ਼ਨ ਦੀ $14 ਮਿਲੀਅਨ ਉਸ 'ਤੇ ਖਰਚਾ ਆਇਆ ਇਸ ਇਨਕੁਆਇਰੀ ਦੇ ਉੱਤੇ, ਇਸ ਕਮਿਸ਼ਨ ਦੇ ਉੱਤੇ। ਪਰ ਉਹ $14 ਮਿਲੀਅਨ ਕੈਨੇਡੀਅਨ ਲੋਕਾਂ ਨੇ ਸਮਝਿਆ ਕਿ ਵਰਥ ਹੈ, ਕਿ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਸਰਕਾਰ ਕਰਪਸ਼ਨ ਕਿਵੇਂ ਕਰ ਰਹੀ ਹੈ। $100 ਮਿਲੀਅਨ ਦੇ ਘਪਲੇ ਦੀ ਸਾਰੀ ਤਫਸੀਲ ਫੜੀ ਗਈ। 2006 ਨੂੰ ਜਦੋਂ ਇਲੈਕਸ਼ਨ ਹੋਈ ਤਾਂ ਲਿਬਰਲ ਪਾਰਟੀ ਦਾ 12 ਸਾਲ ਤੋਂ ਚੱਲਦੀ ਸਰਕਾਰ ਲੋਕਾਂ ਨੇ ਪਟਕਾ ਕੇ ਮਾਰੀ ਅਤੇ ਤਖਤਾ ਪਲਟ ਦਿੱਤਾ। ਫਿਰ ਫਰਵਰੀ 2006 ਨੂੰ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਉਦੋਂ ਬਣੀ ਜਦੋਂ ਰੈੱਡ FM ਸਟਾਰਟ ਹੋਇਆ। ਲੇਕਿਨ ਕੱਲ੍ਹ ਜਿਹੜੀ ਟਰੂਡੋ ਦੀ ਪੇਸ਼ੀ ਨੇ ਮੈਨੂੰ ਗੋਮਰੀ ਇਨਕੁਆਇਰੀ ਚੇਤੇ ਕਰਵਾ ਦਿੱਤੀ। ਫੈਡਰਲ ਲਿਬਰਲ ਸਰਕਾਰ ਅਤੇ ਸਪੋਂਸਰਸ਼ਿਪ ਸਕੈਂਡਲ ਦਾ ਬਹੁਤ ਵੱਡਾ ਧੱਬਾ ਹੈ। ਹੁਣ ਕੱਲ੍ਹ ਜਿਹੜੀ ਜਸਟਿਨ ਟਰੂਡੋ ਹੋਰਾਂ ਦੀ ਇਹ ਪੇਸ਼ੀ ਸੀ, ਉਹਨਾਂ ਨੂੰ ਪੇਸ਼ ਹੋਣ ਦੀ ਜ਼ਰੂਰਤ ਨਹੀਂ ਸੀ ਔਰ ਉਹ ਜੇ ਚਾਹੁੰਦੇ ਤਾਂ ਇੱਕ ਸਟੇਟਮੈਂਟ ਉਹ ਲਿਖਤੀ ਰੂਪ ਦੇ ਵਿੱਚ ਪ੍ਰਕਾਸ਼ਿਤ ਕਰ ਸਕਦੇ ਸਨ ਔਰ ਨਾਲੇ ਉਸ ਦੇ ਵਿੱਚ ਕੋਈ ਇਹ ਖਤਰਾ ਨਹੀਂ ਸੀ ਕਿ ਕੇਟੀ ਟੈਲਫਰਡ ਅਤੇ ਫਾਈਨੈਂਸ ਮਿਨਿਸਟਰ ਅਤੇ ਉਹ ਜਿਹੜੇ ਨੇ ਉਹ ਵੱਖ-ਵੱਖ ਬਿਆਨ ਦੇ ਸਕਦੇ ਨੇ। ਲੇਕਿਨ ਉਹਨਾਂ ਨੇ ਕੀਤਾ ਨਹੀਂ। ਉਹਨਾਂ ਨੇ ਚੁਣਿਆ ਇਹ ਕਿ ਯੈਸ, ਮੈਂ ਕਮੇਟੀ ਅੱਗੇ ਪੇਸ਼ ਹੋਵਾਂਗਾ। ਕਿਉਂ? ਕਿਉਂਕਿ ਦੋਸ਼ ਬਹੁਤ ਗੰਭੀਰ ਨੇ। ਕਨਫਲਿਕਟ ਆਫ ਇੰਟਰਸਟ ਸਾਫ਼ ਨਜ਼ਰ ਆ ਰਿਹਾ ਹੈ, ਲੋਕਾਂ ਨੂੰ ਪ੍ਰਤੀਤ ਹੋ ਰਿਹਾ ਹੈ ਔਰ ਉਹਨਾਂ ਕੋਲ ਇੱਕੋ ਇੱਕ ਪਲੇਟਫਾਰਮ ਸੀ ਜਿੱਥੇ ਜਾ ਕੇ ਉਹ ਲੋਕਾਂ ਨੂੰ ਆਪਣਾ ਪੱਖ ਦੱਸ ਸਕਦੇ ਨੇ ਔਰ ਉਹਨਾਂ ਦਾ ਸਿਆਸੀ ਟੀਚਾ ਉਹਨਾਂ ਨੇ ਪੂਰਾ ਕਰ ਲਿਆ। ਉਹਨਾਂ ਨੇ ਇਹ ਪਲੇਟਫਾਰਮ ਵਰਤ ਲਿਆ ਸਿਆਸੀ ਤੌਰ 'ਤੇ। ਉਹ 90 ਮਿੰਟ ਕਮੇਟੀ ਦੇ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਰਹੇ। ਜਵਾਬ ਤਾਂ ਉਹਨਾਂ ਨੇ ਦੇਣੇ ਸਨ। ਉਹਨਾਂ MPs ਨੂੰ ਭਰੋਸਾ ਦਿਵਾਇਆ ਕਿ ਵੀ ਚੈਰਿਟੀ ਦੇ ਮੇਰੇ ਪਰਿਵਾਰ ਦੇ ਨਾਲ ਫਾਈਨੈਂਸ਼ੀਅਲ ਸਬੰਧਾਂ ਦਾ ਮੇਰੀ ਸਰਕਾਰ ਵੱਲੋਂ ਕੀਤੇ ਫੈਸਲਿਆਂ 'ਤੇ ਕੋਈ ਪ੍ਰਭਾਵ ਨਹੀਂ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਵੀ ਚੈਰਿਟੀ ਨੂੰ ਕੋਈ ਪ੍ਰੈਫਰੈਂਸ਼ੀਅਲ ਟਰੀਟਮੈਂਟ ਨਹੀਂ ਮਿਲਿਆ। ਉਹਨਾਂ ਨੇ ਇਹ ਵੀ ਕਿਹਾ ਕਿ ਫਾਈਨੈਂਸ ਮਿਨਿਸਟਰ ਬਿਲ ਮੋਰਡਨ ਵੱਲੋਂ ਲਾਏ ਗਏ ਟ੍ਰਿਪ ਦਾ ਖਰਚਾ ਵੀ ਚੈਰਿਟੀ ਨੇ ਦਿੱਤਾ ਸੀ। ਮੈਨੂੰ ਇਸ ਬਾਰੇ ਉੱਕਾ ਹੀ ਕੋਈ ਪਤਾ ਨਹੀਂ ਸੀ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਫਾਈਨੈਂਸ ਮਿਨਿਸਟਰ ਦੀ ਬੇਟੀ ਵੀ ਚੈਰਿਟੀ ਲਈ ਕੰਮ ਵੀ ਕਰਦੀ ਹੈ।
उन्होंने ये भी कहा, प्रधानमंत्री ने यह भी कहा कि मैनू सिर्फ तो सिर्फ इन्ना ही पता सी कि फाइनेंस मिनिस्टर की एक बेटी भी चैरिटी ਲਈ वॉलंटियर करती है। ट्रूडो ने यह भी कहा कि जिमें ये गल सामने आई है मैनू इसका पछतावा है। ਜ਼ਿਕਰਯੋਗ है कि एंगस रीड की जी पोल के मुताबिक ट्रूडो की अप्रूवल रेटिंग 11% डिग पई है और इस गल का प्रतीक है कि लोगों ने ट्रूडो की गल का बहुता यकीन नहीं किया। ट्रूडो ने फाइनेंस कमेटी मूहरे पेश होकर अपनी सफाई पेश करके मुल्क के लोगों को तसल्ली जी देने का ये सियासी पैंतड़ा तक खेडिया। उन्होंने अपना ये टीचा पूरा कर लिया कि मैं लोगों को कुछ दसा जरूर, पर लोगों का भरोसा तिड़क चुका है। 90 मिनट वो अपन सफाइयां पेश करते रहे। विरोधी पार्टी के टोरी MP भी जिहड़े सी उन्हां दी परफॉर्मेंस ते भी सवालिया चिन्ह है, क्योंकि वो होछियां वांग भज भज के पैंदे रहे। कोई ठरम्मे नाल ऐसी काटवी दलील वाला टका के सवाल नहीं पुछ सके। इस दे विच वो असफल रहे जिस दे नाल वो ट्रूडो नूं छित्था पा सकते सन। प्राइम मिनिस्टर ये धोना नहीं धो सके कि जिन्हां भरावां ने उन्हां दे परिवार नूं $लाखां दिते ने उन्हां भरावां नूं $900 मिलियन का कॉन्ट्रैक्ट देने के फैसले विच वो शामिल क्यों होए। उन्हां दी पूर जजमेंट बारे उन्हां आप भी कोई निगर दलील नहीं दिती, पर फिर भी अपना सियासी सुनेहा देण लई इस प्लेटफार्म नूं वो वरत गए ने। अपने ही दोस्तां नूं एडा वड्डा कॉन्ट्रैक्ट देण दा कलंक उस तरह खड़ा है। और इस दे मुतलक मैं तुहानूं भी दसना चाहना कि पब्लिक के जिहड़े सर्वेखण आए ने ते पोल्स साफ दस रही ने कि ट्रूडो तो लोगों का भरोसा हुण तिड़क गया है। उन्होंने ये भी कहा कि मेरी गलती है। प्रधानमंत्री ने यह भी कहा कि मैनूं पछतावा है। प्रधानमंत्री ने इसकी मुआफ़ी भी मंग ली है, क्योंकि वो झट माफ़ी मंग लेंदे ने। कई बारी माफ़ियां मंग चुके ने। हुण ऐतकी उन्हां दी चौथी पंजवीं मुआफ़ी का लोगों ते बहुता असर नहीं होया। लोगों दी नज़रां दे विचों नवीं पोल के मुताबिक 11% पॉइंट गिर चुके हैं। खैर हाली अगली जी फैडरल इलैक्शन है वो 16 अक्तूबर 2023 नूं होनी है अते 2.5 साल पे ने। ट्रूडो वालों SNC लेवलन वर्गी करप्ट कंपनी की इमदाद करना, आगा खान दे रेंच ते फ्री छुट्टियां कट्टन जाना, ब्लैक फेस, होर कई भारत का ट्रिप ते इन्हां दे कई मूर्खता भरे फैसले लोकी भुल ही चले सी कि अचानक सिलसिला खड़ा हो गया। सरब दे डॉलरां, वेज सबसिडी, इन्हां दे डॉलरां दा ऐसा छिट्टा दिता, उन्हां डॉलरां दी चमक दमक विच लोकां ने तकरीबन सब कुछ भुला के इन्हां नूं पोल्स दे विच सब तो उपर कर दिता सी। लेकिन उन्होंने एक होर इस किस्म की आ कार्रवाई कर दी। ये जी पूअर जजमेंट की मुआफ़ी मंगते हैं, इस पूअर जजमेंट की जिते पछतावा करते हैं, इस दे मुतलक जिथे वो बार बार कहते हैं कि मैनू इस तरह करना चाहिए सी, मैं इस तरह होया नहीं मेरे तो। ये गल्लां की लोगों 16 अक्तूबर 2023 तक चेते रहनगियां? वैल मैं तो मेरे होर साथी असीं तुहानूं चेते करवाते रहांगे, लेकिन उस असर उन्ना होएगा जिन्ना असर अज है। अज तो इलैक्शन होनी नहीं, इलैक्शन की डेट फिक्स है 16 अक्तूबर 2023 नूं जदों वोटां पैणियां ने, उस तो पहलां कई वालां वग चुकियां होणियां ने। इस तरह बार बार होंदा रहा है। और पहलां जिस तरह मैं तुहानूं दस्सिया कि जिहड़ी गौमरी इनकुआयरी सी उस दे विच तां इस तो भी वध कई गल्लां जिहियां ਇਹ ਤੇ ਇਹਦੇ ਵਿੱਚ कई गल्लां हाले क्लीयर नहीं होईयां। उस दे विच तां बहुत सारियां गल्लां जस्टिस गौमरी ने स्पष्ट कर दित्तियां सन कि किस तरीके नाल करप्शन चलती रही फैडरल लिबरल गवर्नमेंट पॉल मार्टन की लीडरशिप के अधीन जिहड़ी चलती सी। सो बहुत सारे लोग जिहड़े ने इस तो मायूस होए ने। कल दी जिहड़ी उन्हां दी ये गवाही सी या टैसटीफाई उन्होंने कीता या पेश होई सवालों के जवाब दिते, उन्होंने दे जरूर दिते, लेकिन लोगों के मनां ते कोई ये नहीं कि ऐसी गल कर गए जिस दे नाल यकदम फिर ट्रूडो की बल्ले बल्ले हो गई। नो, लोगों का जिहड़ा मन है वो मायूसिया गया और उन्हां दा भरोसा जिहड़ा प्रधानमंत्री ते वो तिरक गया है। जिहड़ी उन्हां दी चीफ ऑफ स्टाफ है टेलफर्ड, केटी टेलफर्ड,
केटी टेलफोर्ड ने पैरों ते पानी नहीं पैण दिता। सवाल वो पुछते रहे, वो जवाब दिंदी रही। वो एक्सपर्ट एक कम्यूनीकेटर है और उसनूं सारा पता सी इस गल का, लेकिन उसने भी इस गल नूं बिल्कुल हू बहू जिस तरीके नाल प्रधानमंत्री कहते रहे कि यस ये होना चाहिए सी, रिक्यूज़ होना चाहिए सी, लेकिन ਉਹਦੇ 'ਚੋਂ कुछ नहीं कढ़ सके। इन्हां दे विचों जिहड़ी सब तो ड्रामैटिक ते सनसनी फैलाउण वाली जिहड़ी पेशी सी ओह फाइनेंस मिनिस्टर दी हुई, जिन्हां ने कहा कि मैं $41,000 वापस कर दिता है। वरना इन्हां दोनों दे प्रधानमंत्री दे भी अते केटी टेलफोर्ड दी जिहड़ी कल दी पेशी सी ਉਹਦੇ 'ਚੋਂ कोई एडा अद्भुत कोई ड्रामैटिक कोई इहो जी चीज़ नहीं निकली ਜਿਹਦੇ ਨਾਲ ਲੋਕਾਂ ਦੇ ਮਨਾਂ ਦੇ ਵਿੱਚ बहुत बुरा असर पै जाए या चंगा असर पै जाए। सो ਜਿਹੜੀ फाइनेंस मिनिस्टर बारे प्रधानमंत्री का यह कहना कि मैनूं पता नहीं सी कि उन्होंने ट्रिप भी लाया तो लाया भी 20 चैरिटी के खर्चे ते आ, मैनूं पता नहीं सी कि इन्हां दी बेटी इन्हां लई काम करदी आ। ये गल्लां इंडीकेट करदियां ने कि शायद देखो किसी न किसी नूं तो झटकाउणा उन्होंने जरूर जी लेवलन कंपनी के मुतलक तुहानूं पता है सारा उन्होंने कि अटॉर्नी जनरल नूं झटका दिता सी। हुण झग्गड़ नूं झटकाउणा बड़ा मुश्किल हो गया कि फाइनेंस मिनिस्टर का जिहड़ा अस्तीफा ले लिया जाएगा, क्या नहीं जा सकता, लेकिन उन्होंने गलबात तो उन्होंने उन्होंने डिफेंड नहीं किया और कर भी नहीं सन सकते क्योंकि वो आप ही अपने पैर ते कुहाड़ा मार गए सन। सो ये जिहड़ियां खास तौर पर स्टैंडिंग कमेटी दीयां पेशियां ने कि ये सरकार नूं बचा सकणगियां, ये सवाल लोगों के मनां ते है। दूजे पासे कोई भी सियासी पार्टी इस दे काबिल नहीं कि वो यकदम इलैक्शन करा के इस सरकार नूं चलदा कर सकण। कंजरवेटिव पार्टी का लीडर ही नहीं कोई और लीडरशिप की रेस भी रुड़गी लगती है। NDP वालों ना NDP को कोई पैसा इलैक्शन लड़न, NDP वालों जिहड़ी बनती कार्रवाई वो करी जाते आ, लेकिन कोई ऐसी अद्भुत गल नहीं करन दी उन्हां च शक्ति कि वो इलैक्शन करा के ते राजपाग संभाल लैण। सो इस करके जिहड़े सरकमस्टेंसिस ने वो ट्रूडो के हक विच ने, क्योंकि विरोधी पार्टियां च जान नहीं है, विरोधी पार्टियां कोले पैसा नहीं है, उन्हां च सत्या नहीं है कि वो सरकार का तख्ता पलटा सकन। सो इस करके बाई डिफॉल्ट वो राज कर रहे हैं। इस राज करन दे विच हौली हौली उन्हां कोले खजाना है, पैसे हैगे आ, पैसे पब्लिक च वंडे भी बहुत आ, लोगों के मन मसोसे गए ने क्योंकि लोग बहुत फर्म तरीके नाल ट्रूडो के पिछे खड़ गए सन, जिन्होंने 2-2 हज़ार के चैक आउण लग पे, मोटियां सबसिडियां आउण लग पईयां, वेज सबसिडी ने लोगों का बहुत काम संवारे। लेकिन ऐस जिहड़ी 20 चैरिटी वाली ये फंडिंग देण दे यतन अते उन्हां 2 भरावां नूं जिहड़े इन्हां दे मित्र ने वो कहंदे मेरे मित्र नहीं हन, पर मैं उन्होंने बहुत लंबे समय तो जानदा और सारी दुनिया जानती है कि उन्हां दे आपस विच ही रिलेशनशिप बहुत वधिया ने। सो कल दी जिहड़ी प्रधानमंत्री दी यह पेशी सी उहदे विचों कोई बहुता कड्ढण पाउण नूं नहीं है। Thank you for listening to another Red FM podcast. Don't forget to hit subscribe and check out our Red FM Canada YouTube channel. For further info, log on to our Red FM social media platforms or visit redfm.ca.